ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ ਦਸਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਪੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਭਾਗਾਂ ਵਾਲਾ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਸੱਚੀ ਸਰਕਾਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ 1706 ਈਸਵੀ ਦੇ ਵਿੱਚ ਦਮਦਮਾ ਸਾਹਿਬ ਤੋਂ ਚੱਲ ਕੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਮਾਈ ਦੇਸਾਂ ਦੀ ਪ੍ਰੇਮਾ ਭਗਤੀ ਤੋਂ ਖੁਸ਼ ਹੋ ਕੇ ਉਸ ਦੇ ਘਰ ਆ ਕੇ ਬੁਰਜ ਸਾਹਿਬ 'ਚ ਠਹਿਰੇ। ਜੋ ਬੁਰਜ ਸਾਹਿਬ ਅੱਜ ਵੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੀ ਸਹੀ ਸਲਾਮਤ ਹੂਬਹੂ ਇੱਕੋ ਇੱਕ ਆਖਰੀ ਨਿਸ਼ਾਨੀ ਹੈ, ਜਿਸ ਦੀ ਸੇਵਾ ਕਰਦਿਆਂ ਪਿਛਲੇ 50 ਸਾਲਾਂ ਦੇ ਵਿੱਚ ਮਾਈ ਦੇਸਾਂ ਦੀ ਕਿਰਪਾ ਸਦਕਾ, ਸਤਿਗੁਰਾਂ ਦੀ ਰਹਿਮਤ ਸਦਕਾ ਜੋ ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਸੇਵਾ ਕਰਦਿਆਂ ਅਨੁਭਵ ਹੋਏ, ਜੋ ਆਤਮਿਕ ਦ੍ਰਿਸ਼ਟੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜੋ ਬ੍ਰਹਮ ਗਿਆਨ ਦੀਆਂ ਦਾਤਾਂ ਮਾਂ ਦੇਸਾਂ ਦੀ ਝੋਲੀ ਪਾ ਕੇ ਗਏ, ਮਾਤਾ ਜੀ ਨੇ ਅਤੀ ਕਿਰਪਾ ਕਰਕੇ ਦਾਸ ਦੀ ਝੋਲੀ ਪਾਈਆਂ। ਉਸ ਦ੍ਰਿਸ਼ਟੀ ਦਾ ਸਦਕਾ ਆਪਾਂ ਰੋਜ਼ਾਨਾ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਕਰਦੇ ਹਾਂ। ਆਓ ਅੱਜ ਵੀ ਸਾਂਝ ਪਾਈਏ ਉਹਨਾਂ ਸਤਿਗੁਰਾਂ ਦੇ ਮੁੱਖ ਵਾਕ ਦੀ, ਜਿਨ੍ਹਾਂ ਨੇ ਅਤੀ ਕਿਰਪਾ ਕਰਕੇ ਮਾਈ ਦੇਸਾਂ ਦੀ ਕੁਲ ਨੂੰ ਤਾਰਿਆ। ਕਿਉਂਕਿ ਇਹ ਕੁਲ ਦੀ ਸ਼ੁਰੂਆਤ ਹੁੰਦੀ ਹੈ ਬਾਬੇ ਆਦਮ ਦੀ ਸੇਵਾ ਤੋਂ, ਜਿੱਥੋਂ ਉਹਨਾਂ ਦੇ ਘਰ ਭਾਈ ਭਗਤੂ ਪੈਦਾ ਹੁੰਦੇ ਨੇ, ਫਿਰ ਭਾਈ ਗੌਰਾ, ਭਾਈ ਜੀਵਨ ਦੇ ਘਰ ਸੰਤ ਦਾਸ, ਤੇ ਸੰਤ ਦਾਸ ਦੇ ਘਰ ਇਹ ਮਾਈ ਦੇਸਾਂ ਵਿਆਹ ਕੇ ਆਉਂਦੇ ਨੇ। ਤੇ ਉਹ ਵੇਲਾ ਆ ਜਾਂਦਾ ਹੈ ਸੇਵਾ ਸਿਮਰਨ ਕਰਦਿਆਂ ਦਸਵੇਂ ਪਾਤਸ਼ਾਹ ਦਾ। ਤੇ ਪਾਤਸ਼ਾਹ ਨੇ ਆ ਕੇ ਬੜੀਆਂ ਦਾਤਾਂ ਦਿੱਤੀਆਂ, ਜਿੱਥੇ ਇੱਥੇ ਇਲਾਕੇ ਦੀਆਂ ਸੰਗਤਾਂ ਨੂੰ ਖੰਡੇ ਦੀ ਪੌਲ ਛਕਾਈ, ਨਾਮਦਾਨ ਬਖਸ਼ਿਸ਼ ਕੀਤਾ, ਹੋਰ ਵੀ ਅਨੇਕਾਂ ਦਾਤਾਂ ਆਪਣੀਆਂ ਹੱਥ ਲਿਖਤਾਂ, ਆਪਣੀਆਂ ਨਿਸ਼ਾਨੀਆਂ ਬਖਸ਼ਿਸ਼ ਕਰਕੇ ਗਏ। ਉਹਨਾਂ ਦੇ ਦਰਸ਼ਨ ਦਿਦਾਰੇ ਤੁਸੀਂ ਜਦੋਂ ਵੀ ਆਉਣੇ ਹੋ ਇਸ ਸਥਾਨ 'ਤੇ ਕਰਦੇ ਹੋ। ਦਮਦਮਾ ਸਾਹਿਬ ਆਉਣ ਵਾਲੀਆਂ ਸੰਗਤਾਂ, ਸਾਰਾ ਇਹ 25 ਕਿਲੋਮੀਟਰ 'ਤੇ ਰਹਿ ਜਾਂਦਾ ਦਮਦਮਾ ਸਾਹਿਬ ਤੋਂ ਉੱਤਰ ਵੱਲ ਨੂੰ, ਬਠਿੰਡੇ ਤੋਂ ਚੜ੍ਹਦੇ ਵੱਲ ਨੂੰ ਆ। ਮੇਨ ਬਠਿੰਡਾ ਬਰਨਾਲਾ ਰੋਡ ਤੋਂ ਭੁੱਚੋ ਕੈਂਚੀਆਂ ਤੋਂ ਇਹ ਨਗਰ ਚੱਕ ਫਤਿਹ ਸਿੰਘ ਵਾਲਾ ਆ ਜਾਂਦਾ ਹੈ। ਜੇ ਬਠਿੰਡੇ ਵੱਲੋਂ ਸੰਗਤਾਂ ਆਉਂਦੀਆਂ ਤਾਂ ਭੁੱਚੋ ਖੁਰਦ ਤੋਂ ਜਿਹੜਾ ਪਹਿਲਾ ਕੱਟ ਹੈ ਉਹ ਇਸ ਨਗਰ 'ਚ ਆਉਂਦਾ, ਸਿੱਧਾ ਇਸੇ ਗੁਰਦੁਆਰੇ ਹੀ ਆ ਜਾਂਦਾ ਹੈ। ਆਓ ਆਪਾਂ ਸਾਂਝ ਪਾਈਏ। ਧਨਾਸਰੀ ਮਹੱਲਾ ਚੌਥਾ। ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਇਹ ਮੁੱਖ ਵਾਕ ਆਪਣੀ ਝੋਲੀ ਪਾਉਂਦੇ ਨੇ। ਸਤਿਗੁਰਾਂ ਦੀਆਂ ਸਾਰੀਆਂ ਜੋ ਦਿੱਤੀਆਂ ਵਿਧੀਆਂ ਨੇ, ਇਹਨਾਂ ਨੂੰ ਸਮਝਣ ਲਈ, ਕਿਉਂ ਜਿਵੇਂ ਜਿਵੇਂ ਅਸੀਂ ਸਮਝਦੇ ਹਾਂ ਨਾ, ਸਾਡੇ 'ਤੇ ਜਿਹੜਾ ਸਮਾਜ ਵੱਲੋਂ ਪਾਇਆ ਹੁੰਦਾ ਬੋਝ ਹੁੰਦਾ, ਸਾਡੀ ਮੱਤ 'ਤੇ ਊਚ ਨੀਚ ਦਾ, ਗੈਰ ਮੰਨਣ ਦਾ, ਆਪਣਾ ਮੰਨਣ ਦਾ, ਹਿੱਤ ਦੇਖਣ ਦਾ, ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਕੱਟੀ ਦੀਆਂ। ਜਿਵੇਂ ਜਿਵੇਂ ਕੱਟੀ ਦੀਆਂ ਨਿਰਮਲਤਾ ਆਉਂਦੀ ਜਾਂਦੀ ਹੈ, ਬੰਦਾ ਆਪਣੇ ਅੰਦਰ ਸਥਿਤ ਹੁੰਦਾ ਜਾਂਦਾ, ਸਭੇ ਦੇ ਨਾਲ ਜੁੜਦਾ ਜਾਂਦਾ, ਅਤੇ ਆਤਮਿਕ ਅਡੋਲਤਾ ਦੀ ਅਵਸਥਾ, ਸਾਈ ਦੀ ਅਵਸਥਾ ਹੌਲੀ ਹੌਲੀ ਬਣ ਜਾਂਦੀ ਹੈ। ਉਹਦੇ ਬਣਨ ਲਈ ਕਿਹੜੇ ਬੀਜ ਮੰਤਰ ਨੇ ਜਿਨ੍ਹਾਂ ਨੂੰ ਅਸੀਂ ਜਪਦੇ ਹਾਂ, ਧਿਆਉਣੇ ਆ, ਉਹ ਪਾਠ ਕਰਦੇ ਹਾਂ, ਸਾਨੂੰ ਸਮਝ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਰਹੀਏ, ਰੋਜ਼ਾਨਾ ਕੁਛ ਨਾ ਕੁਛ ਪਾਠ ਅਸੀਂ ਖੁਦ ਕਰੀਏ ਜਾਂ ਖੁਦ ਸੁਣੀਏ। ਅੱਜ ਤਾਂ ਬਹੁਤ ਸਹੂਲਤਾਂ ਨੇ, ਤੁਸੀਂ ਜਿਵੇਂ ਮਰਜ਼ੀ ਚਾਹੋ ਸੁਣ ਸਕਦੇ ਹੋ, ਟਾਈਮ ਵੀ ਬਹੁਤ ਹੁੰਦਾ। ਸੁਭਾਅ ਬਣਾਈਏ, ਪਿਆਸ ਹੋਵੇ ਸਾਨੂੰ ਅੰਦਰੋਂ ਤਾਂ ਸਤਿਗੁਰੂ ਝੋਲੀਆਂ ਭਰ ਦਿੰਦੇ ਆ। ਆਓ ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਹੇ ਮੇਰੇ ਸਾਹਾ, ਕਿਰਪਾ ਕਰੋ, ਸਿਰ 'ਤੇ ਹੱਥ ਰੱਖੋ ਮੇਰੇ, ਮੈਨੂੰ ਵੀ ਹਰੀ ਦਰਸ਼ਨ ਹੋ ਜਾਣ, ਆਪਣੇ ਆਪੇ ਦਾ ਮਿਲਾਪ ਹੋ ਜਾਵੇ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ। ਤੂੰ ਹੀ ਆ ਜਿਹੜਾ ਸਾਡੀ ਵੇਦਨਾ ਜਾਣਦਾ, ਤੇਰੇ ਬਿਨਾ ਹੋਰ ਕੌਣ ਜਾਣਦਾ ਸਾਡੀ ਵੇਦਨਾ ਨੂੰ। ਰਹਾਉ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਹੇ ਸੱਚੇ ਸਾਹਿਬ, ਤੂੰ ਸੱਚਾ ਸਾਹ, ਪੂਰੀ ਕਾਇਨਾਤ ਦਾ ਤੂੰ ਮਾਲਕ ਹੈ, ਤੇਰਾ ਕੀਤਾ ਹੀ ਸਭ ਕੁਛ ਹੋ ਰਿਹਾ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਈ। ਇਹ ਗੱਲ ਸਮਝਣ ਵਾਲੀ ਹੈ। ਜੋ ਏਕ ਓਂਕਾਰ ਦਾ ਸਿਧਾਂਤ ਆ ਨਾ ਗੁਰੂ ਨਾਨਕ ਦਾ, ਕਿ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਹ ਗੱਲ ਜਿੱਦੇ ਬਾਹਰੋਂ ਤੇ ਅੰਦਰੋਂ ਜਚ ਜਾਂਦੀ ਹੈ, ਜਚਣ ਦਾ ਮਤਲਬ ਅਨੁਭਵ ਹੋ ਜਾਂਦਾ ਵੀ ਇੱਕੋ ਹੀ ਊਰਜਾ ਸਾਰੇ ਫਲਾਓ 'ਚ ਆ, ਸਾਰੇ ਰੂਪ ਹੀ ਉਹਦੇ ਨੇ। ਉਹਦੇ ਆ ਜਿਹੜੇ ਸਾਡੇ ਕਲੇਸ਼ ਚੱਲਦੇ ਆ ਨਾ ਦੁਨੀਆ ਨਾਲ, ਅੰਦਰੋਂ ਮਿਟ ਜਾਂਦੇ ਆ।
ਫਿਰ ਤਾਂ ਇੱਕ ਰੋਲ ਰਹਿ ਜਾਂਦਾ ਵਰਤਣ ਦਾ ਕਿ ਅਸੀਂ ਥਾਂ ਟਿਕਾਣੇ ਸਭ ਨੂੰ ਕਿਵੇਂ ਰੱਖਣਾ, ਆਪ ਵਧੀਆ ਕਿਵੇਂ ਜਿਉਣਾ, ਜੀਓ ਔਰ ਜੀਨੇ ਦੋ ਦਾ ਸਿਧਾਂਤ ਸਮਝ ਆ ਜਾਂਦਾ। ਫਿਰ ਸਭ ਦਾ ਹੀ ਪਿਆਰ ਕਰਦਾ, ਸਭ ਦੀ ਸੇਵਾ ਕਰਦਾ, ਸਭ ਨੂੰ ਇੱਕ ਨਜ਼ਰ ਨਾਲ ਵੇਖਦਾ ਗੁਰਮੁਖ। ਕਿਉਂਕਿ ਮਹਾਰਾਜ ਕਹਿੰਦੇ ਕਿਹਨੂੰ ਝੂਠਾ ਕਹੋਗੇ, ਉਹ ਮਾਲਕ ਤੋਂ ਬਿਨਾਂ ਕੋਈ ਹੈ ਹੀ ਨਹੀਂ। ਸਭ ਦੇ ਪਵਨ ਗੁਰੂ ਨਾਲ ਹੈ, ਉਸ ਗੁਰੂ ਦੇ ਨਾਲ ਹੀ ਸਭ ਤੁਰੇ ਫਿਰਦੇ ਆ। ਜੇ ਗੁਰੂ ਹੀ ਨਾਰਾਜ਼ ਹੋਇਆ ਤਾਂ ਰੁੱਸ ਜਾਣਾ, ਉਹਨੇ ਚਲੇ ਜਾਣਾ। ਮਤਲਬ ਜੇ ਗੁਰੂ ਉਹਦੇ ਅੰਗ ਸੰਗ ਆ ਨਾ ਤਾਂ ਸਮਝ ਲਓ ਉਹਦੀ ਭਰਾ ਲੱਭਦਾ ਜੋ ਵੀ ਉਹ ਕਰ ਰਿਹਾ, ਕੋਈ ਵੀ ਆ। ਤੇ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਕਰਤੇ ਪੁਰਖ ਦੇ ਨਿਯਮਾਂ ਅਧੀਨ ਸਾਰਾ ਹੋ ਰਿਹਾ, ਸਾਡੇ ਕਰਕੇ ਨਹੀਂ, ਉਹਦੇ ਸੰਸੇ ਫਿਕਰ ਊਚ ਨੀਚ ਐਰ ਵਗੈਰ ਸਭ ਐਂ ਲੈ ਜਾਂਦਾ ਜਿਵੇਂ ਸੱਪ ਕੁੰਜ ਲਾ ਜਾਂਦਾ। ਐਨ ਨਰੋਲ ਸੰਤੋਖ ਸ਼ਾਂਤੀ ਸਬਰ ਪ੍ਰਸੰਨਤਾ ਹਰ ਵੇਲੇ। ਜਦੋਂ ਹੀ ਬੈਠੇ ਆਤਮਿਕ ਅਡੋਲਤਾ ਦੀ ਅਵਸਥਾ, ਇੱਕ ਆਨੰਦ ਵਰਨਾ ਸ਼ੁਰੂ ਹੋ ਜਾਂਦਾ। ਉਹ ਊਰਜਾ ਦਾ ਇੱਕ ਮੀਂਹ ਪੈਂਦਾ, ਹਰੀ ਰਸ ਦਾ, ਆਤਮ ਰਸ ਦਾ। ਬੜੇ ਅਨੁਭਵ ਹੁੰਦੇ ਆ, ਪੜ੍ਹੀਏ ਤੇ ਸੁਣੀਏ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਧ ਹੈ ਧਿਆਵਹਿ ਦਿਨ ਰਾਤ। ਕਹਿੰਦੇ ਤੂੰ ਸਭਨਾ 'ਚ ਹੀ ਤੂੰ ਆ। ਤੇ ਜੇ ਅਸੀਂ ਗੁਰਬਾਣੀ ਖੁਦ ਪੜ੍ਹਦੇ ਹੋਈਏ ਕਿ ਸਭਨਾ ਦੇ ਵਿੱਚ ਉਹ ਆ, ਤੇ ਫਿਰ ਅਸੀਂ ਕਿਸੇ ਦੇ ਆਖੇ ਲੱਗ ਕੇ ਆ ਵੋਟਾਂ ਬਾਟਾਂ ਦੇ ਚੱਕਰ 'ਚ ਕਿਸੇ ਨੂੰ ਚੰਗਾ ਮਾੜਾ ਕਹਿ ਕੇ ਵੈਰੀ ਕਿਉਂ ਬਣਾਈਏ ਵੇ? ਕਿਉਂ ਕਹੀਏ ਕਿ ਤੂੰ ਗਲਤ ਆ? ਮਹਾਰਾਜ ਕਹਿੰਦੇ ਸਭਨਾ ਵਿੱਚ ਤੂੰ ਵਰਤਦਾ। ਸਭਨਾ ਇਹਦੇ ਵਿੱਚ ਮਹਾਰਾਜ ਨੇ ਕੱਟ ਤਾਂ ਕਿਤੇ ਲਾਏ ਨਹੀਂ ਕਿ ਕੁਛ ਲੋਕ ਰਹਿ ਜਾਂਦੇ ਜਿਨ੍ਹਾਂ 'ਚੋਂ ਨਹੀਂ ਵਰਤਦਾ। ਇਹ ਤਾਂ ਕਦੇ ਵੀ ਨਹੀਂ ਕਿਹਾ ਤੇ ਹੋ ਵੀ ਨਹੀਂ ਸਕਦਾ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਧ ਹੈ ਧਿਆਵੈ। ਧਿਆਵੈ ਅੰਦਰ ਧਿਆਨ ਤੇਰੇ ਕੰਨੂ ਹੀ ਦਿੰਦੇ ਆ। ਦਿਨ ਰਾਤ, ਦਿਨ ਰਾਤ ਤੈਨੂੰ ਧਿਆਰੇ ਆ ਸਭ ਤੇਰਾ ਹੀ। ਜੇ ਅਖੀਰ ਤੇ ਪਹੁੰਚੋਗੇ ਤਾਂ ਇਹ ਵੀ ਪਤਾ ਲੱਗਦਾ ਕਿ ਜਿਹੜੇ ਸੁੱਖ ਦੇ ਮਗਰ ਵੀ ਕੋਈ ਪਿਆ ਵਾ, ਅਸਲ ਦੇ ਵਿੱਚ ਉਹ ਭਾਲਦਾ ਆਨੰਦ ਨੂੰ ਹੀ ਆ। ਸਾਨੂੰ ਸੁੱਖਾਂ 'ਚ ਝਲਕਾਰੇ ਮਿਲਦੇ ਆ ਆਨੰਦ ਦੇ, ਇਸੇ ਕਰਕੇ ਅਸੀਂ ਸੁੱਖ ਜਿਹੜੇ ਸ਼ਕਤੀ ਦੇ ਸੁੱਖ ਨੇ ਉਹਨਾਂ ਦੇ ਮਗਰ ਭੱਜੇ ਫਿਰਦੇ ਸਾਰੀ ਜ਼ਿੰਦਗੀ ਲੰਘਾ ਦਿੰਦੇ ਆ। ਪਰ ਅਸੀਂ ਚਾਹੁੰਦੇ ਉਹਨੂੰ ਹੀ ਆ ਜਿਹੜੇ ਮਾਲਕ ਤੋਂ ਟੁੱਟ ਕੇ ਅਸੀਂ ਆਏ ਹੋਏ ਆ। ਸੁੱਖ 'ਚੋਂ ਵੀ ਬੰਦਾ ਉਹਨੂੰ ਭਾਲਦਾ, ਪਰ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਸਿੱਧਾ ਕਿਵੇਂ ਭਾਲਾਂ। ਸਿੱਧਾ ਤਾਂ ਫਿਰ ਸਤਿਪੁਰਸ਼ ਦੱਸਦੇ ਆ ਕਿ ਮਿੱਤਰਾ ਜੁੜੀ ਦਾ ਕਿਵੇਂ ਆ ਮੇਰੇ ਪਿਆਰਿਆ ਬੈਠ ਨਾਲ। ਜਿਹੜਾ ਖੁਦ ਜੁੜਿਆ ਵਾ ਜਦੋਂ ਉਹਦੇ ਕੋਲ ਜਾਈਦਾ ਨਾ, ਕੁਦਰਤੀ ਗੱਲ ਇਹ, ਜਿੱਥੇ ਪ੍ਰਕਾਸ਼ ਆ ਪ੍ਰਕਾਸ਼ ਉਹਨੂੰ ਦਿਸੀ ਜਾਣਾ, ਜਿੱਥੇ ਸਹਿਜ ਆ ਸਹਿਜ ਵੀ ਤੁਹਾਨੂੰ ਦਿਸੀ ਜਾਣਾ, ਸ਼ਾਂਤੀ ਸੰਤੋਖ ਤੁਹਾਨੂੰ ਦਿਸ ਜਾਣਾ। ਤੇ ਸਤਿਗੁਰੂ ਕਹਿੰਦੇ ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਧ ਹੈ ਧਿਆਵੈ ਦਿਨ ਰਾਤ। ਦਿਨ ਰਾਤ ਤੈਨੂੰ ਹੀ ਧਿਆਉਂਦੇ ਨੇ ਸਾਰੇ। ਸਭ ਤੁਧ ਹੀ ਥਾਵਹੁ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰ ਹੈ ਇੱਕ ਦਾਤ। ਕਹਿੰਦੇ ਕਿਤੇ ਵੀ ਬੈਠਾ ਕੋਈ ਪੂਰੀ ਦੁਨੀਆ ਦੇ ਵਿੱਚ, ਕਿਸੇ ਵੀ ਕੌਮ ਦਾ, ਦੇਸ਼ ਦਾ, ਧਰਮ ਦਾ, ਕੁਛ ਵੀ ਆ, ਮੰਗਦੇ ਸਭ ਤਾਂ ਇੱਥੋਂ ਹੀ ਨੇ। ਜਦੋਂ ਹੀ ਕੋਈ ਤੇਰੇ ਹੱਥ ਜੋੜੂਗਾ ਕਿਹਦੇ ਵੱਲ ਜੋੜੂ? ਕੋਈ ਗੌਡ ਕਹਿ ਲੇ, ਕੋਈ ਅੱਲਾ ਕਹਿ ਲੇ, ਕੋਈ ਖੁਦਾ ਕਹਿ ਲੇ, ਕੋਈ ਰਾਮ ਰਾਮ ਕਹਿ ਲੇ, ਕੋਈ ਕੁਛ ਕਹਿ ਲੇ, ਕਹਿੰਦਾ ਤੈਨੂੰ ਹੀ ਹੈ। ਸਭ ਤੁਧ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰ ਹੈ ਇੱਕ ਦਾਤ। ਦਾਤ ਤੂੰ ਹੀ ਦਿੰਦਾ। ਆਪਣੇ ਪਹਿਚਾਣ ਦੀ ਦਾਤ ਵੀ ਜਿਹੜੀ ਇੱਕੋ ਹੀ ਆ ਨਾ, ਕਿ ਆ ਜਾ ਨੇੜੇ ਬੈਠ ਆਪਣੇ ਪਵਨ ਗੁਰੂ ਦੇ ਚਰਨਾਂ 'ਚ, ਦੇ ਧਿਆਨ ਉੱਤਰ ਅੰਦਰ ਨੂੰ। ਇਹ ਗੱਲ ਤੇ ਤਾਂ ਸਾਰੇ ਧਰਮ ਸਾਰੇ ਸੰਤੀ ਸਹਿਮਤ ਆ ਨਾ ਕਿ ਅੰਦਰ ਹੀ ਛੁਪਿਆ ਹੋਇਆ। ਅੰਦਰ ਜਾਣ ਦਾ ਸਭ ਤੋਂ ਸੌਖਾ ਰਸਤਾ ਗੁਰੂ ਨਾਨਕ ਨੇ ਦੱਸਿਆ ਕਿ ਗੁਰੂ ਤੁਹਾਡੇ ਅੰਗ ਸੰਗ ਆ ਪਵਨ। ਇਹ ਪਵਨ ਸਾਹ, ਇਹਦਾ ਭਾਈ ਗੁਰਦਾਸ ਨੇ ਬੜਾ ਖੋਲ੍ਹ ਕੇ ਲਿਖਿਆ ਹੋਇਆ, ਆਪਾਂ ਉਹਦੀ ਵੀ ਵਿਚਾਰ ਕਰਾਂਗੇ ਅੱਗੇ, ਕਿ ਸਾਹਾਂ ਨੂੰ ਕਿਵੇਂ ਲਿਵ ਲਾਉਣੀਆਂ ਆਉਂਦੇ ਜਾਂਦੇ ਸਾਹਾਂ ਨਾਲ, ਤੇ ਕਿਵੇਂ ਏਡਾ ਪਿੰਗਲਾ ਸੁਖਮਨਾ ਟੱਪ ਕੇ ਤਿਰਕੁਟੀ 'ਚ ਬਹਿਣਾ। ਇੱਕ ਦੋ ਗੁਰਮੁਖਾਂ ਨੇ ਕਿਹਾ ਕਿ ਆਮ ਤਾਂ ਧਿਆਨ ਇੱਥੇ ਲਾਈਦਾ। ਮੈਂ ਕਿਹਾ ਹਾਂ ਲੱਗਦਾ, ਪਰ ਜੇ ਪਹਿਲਾਂ ਆਹ ਪ੍ਰੈਕਟਿਸ ਕੀਤੀ ਵੀ ਹੋਵੇ ਤਾਂ ਸਿੱਧਾ ਨਹੀਂ ਇੱਥੇ ਲਾਈਦਾ। ਜੇ ਸਿੱਧਾ ਕੋਈ ਲਾਉਂਦਾ ਕਈ ਵਾਰ ਸਿਰ ਦਰਦ ਹੋਣ ਲੱਗ ਜਾਂਦਾ, ਕਈ ਵਾਰ ਹੋਰ ਸਮੱਸਿਆਵਾਂ ਆ ਜਾਂਦੀਆਂ। ਇਸ ਲਈ ਜਦੋਂ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਇੱਕ ਟਾਈਮ ਇਹੋ ਜਿਹਾ ਹੁੰਦਾ ਕਿ ਸਾਹ ਹੌਲੀ ਹੁੰਦਾ ਜਿਹੜੇ ਗੁਰਮੁਖ ਕਰਦੇ ਹੋਣਗੇ ਅਭਿਆਸ, ਉਹਨਾਂ ਨੂੰ ਪਤਾ ਲੱਗ ਜਾਣਾ ਕਿ ਕਈ ਵਾਰ ਇੰਨਾ ਕੁ ਸਾਹ ਹੀ ਰਹਿ ਜਾਂਦਾ ਕਿ ਜਿਵੇਂ ਇੱਥੋਂ ਹੀ ਮੁੜੀ ਜਾਂਦਾ ਹੁੰਦਾ, ਬਸ ਉਹ ਫਿਰ ਪਲਟ ਜਾਂਦਾ ਉੱਪਰ ਨੂੰ। ਜਿੱਦੇ ਉੱਪਰ ਨੂੰ ਪਲਟ ਗਿਆ ਉਹ ਜਿਹੜਾ ਪਿੰਗਲਾ ਸੁਖਮਨਾ ਨੂੰ ਲੰਘ ਜਾਂਦਾ, ਤੇ ਉਹ ਫਿਰ ਸਮਾਧੀ ਦੀ ਅਵਸਥਾ ਬਣਦੀ ਆ। ਉੱਥੇ ਜਾ ਕੇ ਤਾਂ ਰੰਗ ਹੀ ਕੁਛ ਹੋਰ ਆ। ਉਹ ਉਹਨਾਂ ਗੁਰਮੁਖਾਂ ਦੀਆਂ ਗੱਲਾਂ ਜਿਹੜੇ ਬਹਿੰਦੇ ਆ, ਜਿਹੜੇ ਧਿਆਉਂਦੇ ਆ। ਤੇ ਫਿਰ ਅੱਗੇ ਕੀ ਸਤਿਗੁਰੂ ਕਹਿੰਦੇ ਆ, ਸਭ ਕੋ ਤੁਧ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀਂ। ਕਹਿੰਦੇ ਭਾਵੇਂ ਕਿਤੇ ਵੀ ਆ ਦੁਨੀਆ 'ਚ, ਪੂਰੇ ਸੰਸਾਰ ਦੇ ਵਿੱਚ ਸਭ ਕੋਈ ਕੋ ਤੁਧ ਹੀ ਵਿੱਚ ਹੈ, ਤੇਰੇ ਵਿੱਚ ਹੀ ਸਮਾਇਆ ਹੋਇਆ ਤੇ ਤੂੰ ਸਭ ਦੇ ਵਿੱਚ ਹੈ। ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀਂ, ਤੇ ਇੱਥੋਂ ਬਾਹਰ ਕੋਈ ਹੈ ਹੀ ਨਹੀਂ।
ਮੈਂ ਕਿਹਨੂੰ ਝੂਠਾ ਕਹਾਂ, ਮੈਂ ਕਿਹਨੂੰ ਮਾੜਾ ਕਹਾਂ, ਕਿਹਦੇ ਨਾਲ ਮੈਂ ਨਫ਼ਰਤ ਕਰਾਂ, ਹੈ ਹੀ ਕੋਈ ਨਹੀਂ। ਜਦੋਂ ਇਹ ਗੱਲ ਪੱਲੇ ਪੈ ਜਾਂਦੀ ਹੈ ਨਾ ਤੇ ਗੁਰਾਂ ਦੀ ਸਾਂਝ ਪੈ ਜਾਂਦੀ ਆ, ਕਿੰਨੇ ਕਲੇਸ਼ ਮਿਟ ਜਾਂਦੇ ਆ। ਜਿਹੜਾ ਅੱਜ ਅਸੀਂ ਤਪਦੇ ਹਾਂ ਬੜੀਆਂ ਗੱਲਾਂ ਕਰ ਕਰਕੇ, ਫਲਾਨਾ ਏ, ਅਸੀਂ ਵੀ ਕੀ ਲੱਤ ਥੱਲੇ ਦੀ ਲੰਘਾ ਕੇ ਲੈਣਾ ਬਈ। ਪੂਰੀ ਦੁਨੀਆ ਜੋ ਚਾਹੁੰਦੀ ਆ ਕਰੇ, ਕੋਈ ਈਸਾਈ ਬਣੇ, ਕੋਈ ਸਿੱਖ ਬਣੇ, ਕੋਈ ਹਿੰਦੂ ਬਣੇ, ਕੋਈ ਮੁਸਲਮਾਨ ਬਣੇ, ਬਣੋ ਜੋ ਬਣ ਕੇ ਰਹਿਣਾ। ਗੁਰਸਿੱਖ ਤਾਂ ਉਹ ਆ ਜਿਹੜਾ ਗੁਰੂ ਨਾਨਕ ਦਾ ਸਿੱਖ ਬਣ ਗਿਆ, ਉਹਦੇ ਲਈ ਤਾਂ ਪੂਰੀ ਕਾਇਨਾਤ ਉਹਦੇ ਮਾਲਕ ਦੀ ਹੈ। ਉਹ ਤਾਂ ਇਹ ਕਹਿੰਦਾ ਜੇ ਸਾਡੇ ਵਾਲੇ ਯਾਨੀ ਗੁਲਾਬ ਦੇ ਫੁੱਲ ਆ ਤਾਂ ਦੂਜੇ ਵੀ ਚਮੇਲੀ ਦਾ, ਕੋਈ ਕਾਸੇ ਦਾ, ਕੋਈ ਕਾਸੇ ਦੇ ਫੁੱਲ ਹੀ ਆ। ਸਾਰੀ ਫੁੱਲਵਾੜੀ ਨੂੰ ਮਾਲੀ ਬਣ ਕੇ ਪਾਣੀ ਦੇਣਾ, ਸਭਨਾਂ ਦੀ ਸੇਵਾ ਕਰਨੀ ਹੈ। ਜਿਹੜੇ ਸਤਿਗੁਰਾਂ ਨੇ ਜਾਪ ਦੀ ਬਾਣੀ ਦੇ ਵਿੱਚ 1100 ਵਾਰੀ ਨਮਸਕਾਰੀ ਕੀਤੀ ਹੋਵੇ ਤੇ ਜਿਹੜੇ ਗਲ ਵੱਢਣ ਤੁਰੇ ਵੇ ਹੋਣ ਦਾਅਵਾ ਕਰਕੇ, ਉਹਨਾਂ ਦੇ ਜ਼ਖਮਾਂ ਤੇ ਲਾਉਣ ਲਈ ਮੱਲਮ ਵੀ ਦਿੰਦਾ ਹੋਵੇ, ਕਿਤੇ ਸਮਝ ਸਕਦੇ ਹੋ ਉਹ ਪਰਾਏ ਮੰਨਦਾ ਹੋਣਾ ਉਹਨਾਂ ਨੂੰ? ਕਦੇ ਵੀ ਨਹੀਂ, ਕਦੇ ਵੀ ਨਹੀਂ। ਉਹ ਤਾਂ ਇੱਕ ਸਿਚੁਏਸ਼ਨ ਹੈ, ਉਹ ਤਾਂ ਇੱਕ ਮਹਾਰਾਜ ਜਿਹੜਾ ਕਹਿੰਦੇ ਨਾ ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਉਹ ਜਗਤ ਤਮਾਸ਼ੇ 'ਚ ਰੋਲ ਦੇ ਅਧੀਨ ਰੋਲ ਮਿਲਿਆ ਵਾ, ਜਿਹੜਾ ਉਹ ਰੋਲ ਕਰਨਾ ਪੈਂਦਾ। ਉਹ ਕਰਤੇ ਪੁਰਖ ਨੇ ਨਿਯਮ ਬਣਾਏ ਨੇ ਕਿ ਤੁਸੀਂ ਕਿਹੜੇ ਨਿਯਮਾਂ ਅਧੀਨ ਆਪਦੇ ਆਪ ਨੂੰ ਸਮਰਪਿਤ ਕਰਤਾ, ਉਹ ਨਿਯਮਾਂ ਅਧੀਨ ਤੁਹਾਨੂੰ ਅੱਗੇ ਉਹੋ ਜਿਹੇ ਰੋਲ ਕਰਨੇ ਪੈਂਦੇ ਆ। ਨਫ਼ਰਤ ਕੋਈ ਨਹੀਂ ਕਿਸੇ ਨਾਲ ਵੀ। ਜੇ ਉਹਨਾਂ ਨਾਲ ਨਫ਼ਰਤ ਨਹੀਂ, ਜਿਹੜੇ ਦਾਅਵਾ ਕਰਕੇ ਆਏ ਸੀ ਗਲ ਕੱਟਣ, ਉਹਨਾਂ ਦੇ ਵੀ ਮੱਲਮਾਂ ਲਵਾਈਆਂ, ਜਲ ਛਕਾਇਆ, ਤੇ ਨਫ਼ਰਤ ਕਰਨਗੇ ਕਿਹਨੂੰ? ਤੇ ਸਾਨੂੰ ਕਈ ਵਾਰ ਕਿਹਾ ਜਾਂਦਾ ਫਲਾਣੇ ਨਾਲ ਨਹੀਂ ਵਰਤਣਾ, ਫਲਾਣੇ ਨਾਲ ਨਹੀਂ ਵਰਤਣਾ। ਉਹ ਚੀਜ਼ਾਂ ਗੁਰਬਾਣੀ ਤੋਂ ਟੁੱਟ ਕੇ ਆ, ਗੁਰਬਾਣੀ ਤੋਂ ਦੂਰ ਜਾ ਕੇ ਆ। ਗੁਰੂ ਨਾਨਕ ਦਾ ਘਰ ਤਾਂ ਪੂਰੇ ਸੰਸਾਰ ਨੂੰ ਕਲਾਵੇ 'ਚ ਲੈਂਦਾ। ਪੜ੍ਹ ਲਓ, ਸਭ ਕੋ ਤੁਧ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ, ਤੇ ਇੱਥੋਂ ਬਾਹਰ ਕੋਈ ਨਹੀਂ ਹੈ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਧ ਹੀ ਮਾਹੇ ਸਮਾਹੇ। ਸਭ ਜੀ ਤੇਰੇ ਆ ਮੇਰੇ ਸਾਹ, ਸਭ ਜੀ ਤੇਰੇ ਜਿੰਨੇ ਵੀ। ਦੇਖੋ ਇੱਥੇ ਫੇਰ ਨਹੀਂ ਕਿਹਾ ਕਿ ਥੋੜੇ ਮੋਟੇ ਰਹਿ ਜਾਂਦੇ ਹੁੰਦੇ ਆ ਨਾ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ। ਮੇਰੇ ਪਿਆਰਿਆ, ਸਭ ਤੁਧ ਹੀ ਮਾਹੇ ਸਮਾਹੇ। ਸਾਰਿਆਂ ਨੇ ਇੱਕ ਦਿਨ ਤੇਰੇ 'ਚ ਹੀ ਸਮਾ ਜਾਣਾ। ਕੋਈ ਭਗਤੀ ਕਰਕੇ ਆਪਣੇ ਆਪ ਨੂੰ ਜਾਣ ਕੇ ਛੇਤੀ ਜਾ ਵੜੂ, ਕੋਈ 5-4 ਜਨਮ ਬਾਅਦ 'ਚ ਜਾ ਵੜੂ, ਕੋਈ 10 ਜਨਮ ਬਾਅਦ 'ਚ ਜਾ ਵੜੂ, ਭਾਵੇਂ 1000 ਜਨਮ। ਖੇਡ ਤਮਾਸ਼ਾ ਹੀ ਉਹਦਾ। ਇਹ ਜੱਗ ਸੱਚੇ ਕੀ ਕੋਠੜੀ ਆ, ਫਿਰਦੇ ਤਾਂ ਆਪਾਂ ਉਹਦੀ ਕੋਠੜੀ 'ਚ ਹੀ ਰਹਿਣਾ। ਬਾਹਲਾ ਫਿਕਰ ਨਾ ਕਰਿਆ ਕਰੋ, ਐਤਕੀ ਨਹੀਂ ਅਗਲੀ ਵਾਰ ਸਹੀ। ਐਵੇਂ ਸੰਸ਼ੇ ਕਰ ਕਰਕੇ ਮੁਕਤੀ ਕੀ ਹੁੰਦੀ ਆ, ਕੀ ਹੁੰਦਾ? ਕੁਛ ਨਹੀਂ ਹੁੰਦਾ। ਤੁਹਾਡੀ ਸਮਝ ਆ, ਬਾਣੀ ਪੜ੍ਹੋਗੇ ਸਮਝਣੇ ਉੱਚੀ ਹੋ ਜਾਣਾ, ਉਹ ਅਵਸਥਾ ਬਣ ਜਾਣੀ ਆ। ਨਹੀਂ ਪੜ੍ਹਦੇ ਤਾਂ ਦੂਜਿਆਂ ਦੇ ਆਖੇ ਲੱਗ ਕੇ ਲੜਦੇ ਫਿਰਦੇ ਆਪਾਂ, ਕਿਉਂਕਿ ਗੁਰੂ ਰਾਹੀਂ ਗੱਲਾਂ ਹੋਰ ਕਹਾਉਂਦੇ ਆ ਸਾਰੇ। ਬਹੁਤ ਦੇਖਿਆ, ਬਹੁਤ ਚਿਰ ਸੁਣਦੇ ਆ ਆਪਾਂ ਕਿ ਗੱਲ ਗੁਰੂ ਦੀ ਛੇੜ ਲੈਣੀ ਆ, ਹੌਲੀ ਹੌਲੀ ਲੈ ਕਿੱਥੇ ਜਾਣੀ ਆ? ਨਫ਼ਰਤ ਤੇ। ਦੂਸਰੇ ਨੂੰ ਨੀਵਾਂ ਦਿਖਾਉਣਾ, ਆਪਣੇ ਆਪ ਨੂੰ ਪਾਵਰਫੁੱਲ ਐਂ ਦਿਖਾਉਣਾ ਕਿ ਸਭ ਤੋਂ ਉੱਪਰ ਅਸੀਂ ਆ। ਇਹ ਗੱਲ ਨੂੰ ਗੁਰਬਾਣੀ ਕੱਟਦੀ ਹੈ। ਮਹਾਰਾਜ ਤਾਂ ਕਹਿੰਦੇ ਭਾਈ ਨੀਵਾਂ ਹੋ ਕੇ ਰਹਿ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਫਿਰ ਸਤਿਗੁਰੂ ਅੱਗੇ ਕੀ ਕਹਿੰਦੇ ਆ? ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਧ ਹੈ ਧਿਆਵੇ ਮੇਰੇ ਸਾਹ। ਸਾਰਿਆਂ ਦੀ ਆਸ ਤੂੰ ਹੀ ਆ। ਕਿਸੇ ਚੀਜ਼ 'ਚੋਂ ਭਾਲਦਾ ਫਿਰਦਾ, ਐਂਡ ਤੇ ਤੂੰ ਹੀ ਬੈਠਾ। ਤਾਂ ਹੀ ਜਿਹੜੇ ਸਤਿਪੁਰਸ਼ਾ ਕਹਿੰਦੇ ਵੀ ਜੇ ਮਗਰੀ ਪੈਣਾ ਫਿਰ ਇੱਕ ਗੱਲ ਦੇ ਪੈ ਜਾਓ, ਐਂਡ ਤੇ ਤੁਹਾਨੂੰ ਉਹੀ ਮਿਲੂਗਾ। ਕਿਸੇ ਗੱਲ ਦੇ ਮਗਰ ਪੈ ਜਾਓ, ਤੁਹਾਨੂੰ ਰਿਜ਼ਲਟ ਮਿਲ ਜੂ। ਫਿਰ ਅੱਗੇ ਕੀ ਕਹਿੰਦੇ? ਜਿਉਂ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਇਹਨੂੰ ਕਹਿੰਦੇ ਸਮਰਪਣ। ਜੋ ਤੁਧ ਭਾਵੈ ਨਾਨਕਾ, ਸਾਈ ਗੱਲ ਚੰਗੀ। ਜਿਉਂ ਭਾਵ ਹੈ, ਜਿਵੇਂ ਭਾਉਂਦਾ ਤੈਨੂੰ, ਤਿਉਂ ਰੱਖ ਤੂੰ, ਸਿੱਧਾ ਹਿਸਾਬ, ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਨਾਨਕ ਕੇ ਪਾਤਸ਼ਾਹ ਉਵੇਂ ਹੀ ਰੱਖ। ਮੈਂ ਪੜ੍ਹੀ ਜਾਂਦਾ, ਮੇਰੇ ਇੱਕ ਵੀਡੀਓ ਦੇਖੀ ਵੀ ਯਾਦ ਆਈ ਜਾਂਦੀ ਹੈ। ਇੱਕ ਬਜ਼ੁਰਗ ਮਾਤਾ ਕੋਲ ਗਿਆ ਕੋਈ ਕੈਮਰੇ ਵਾਲਾ, ਉਹਨੂੰ ਕਹਿ ਰਿਹਾ ਕਿ ਮਾਤਾ ਤੂੰ ਗਰੀਬੀ ਆ, ਤੇਰੇ ਤੇ ਅੱਜ ਕੱਲ੍ਹ ਚੱਲਿਆ ਵਾ ਇੱਕ ਸਿਸਟਮ, ਇੱਕ ਦੂਜਾ ਖਿੱਚ ਰਿਹਾ, ਧਰਮ ਬਦਲੀ ਕਰ ਰਹੇ ਆ, ਰਹਿਣੇ ਤਾਂ ਉਹਦੇ ਹੀ ਆ, ਕਿਤੇ ਭੱਜ ਲਓ। ਤੇ ਤੂੰ ਨਹੀਂ ਗਈ, ਤੈਨੂੰ ਕਿਹਾ ਨਹੀਂ ਕਿਸੇ ਨੇ? ਉਹ ਹੱਥ ਜੋੜਦੀ ਆ, ਉਹ ਕਹਿੰਦੀ ਨਾ ਨਾ, ਮੇਰੇ ਲਈ ਤਾਂ ਸਭ ਤੋਂ ਉੱਚਾ ਮੇਰਾ ਪਾਤਸ਼ਾਹੀ ਆ। ਜਿਵੇਂ ਮਹਾਰਾਜ ਕਹਿੰਦਾ ਮੇਰੇ ਸਾਹਾ, ਮੇਰੇ ਲਈ ਤਾਂ 10ਵੇਂ ਪਾਤਸ਼ਾਹੀ ਉੱਚਾ। ਮੈਨੂੰ ਕਹਿੰਦੀ ਜੇ ਗਰੀਬੀ 'ਚ ਰੱਖੂ, ਦੁੱਖ 'ਚ ਰੱਖੂ ਤਾਂ ਵੀ ਠੀਕ ਆ। ਮੈਨੂੰ ਕਹਿੰਦੀ ਕੁਛ ਦੇ ਦੂੰ, ਅਮੀਰੀ ਦੇ ਦੂੰ ਤਾਂ ਵੀ ਠੀਕ ਆ। ਆਹ ਅਵਸਥਾ ਉਹਨੂੰ ਕਿਹਾ ਜਾ ਸਕਦਾ ਮਾਂ ਨੂੰ ਗੁਰਮੁਖ, ਸਹਿਜ ਅਵਸਥਾ ਦੀ ਮਾਲਕ, ਅਡੋਲਤਾ। ਕੋਈ ਗੱਲ ਨਹੀਂ, ਜਿਹੇ ਜੀ ਵੀ ਅਵਸਥਾ, ਪਰ ਮੇਰਾ ਪਾਤਸ਼ਾਹ ਉਹੀ ਹੈ। ਉਹ ਇੱਕ ਵਾਲੀ ਕੁੰਡੀ ਆ। ਜਦੋਂ ਤੁਸੀਂ ਇੱਕ ਥਾਂ ਕੁੰਡੀ ਪਾ ਲੈਂਦੇ ਹੋ ਨਾ, ਜਿਵੇਂ ਜਾਲੀ ਲੈਣਾ ਧਰਤੀ 'ਚੋਂ, ਜੇ 5-5 ਫੁੱਟ ਦੇ ਟੋਏ ਸਾਰੀ ਜ਼ਿੰਦਗੀ ਕਰਦੇ ਰਹੋ, ਨਹੀਂ ਮਿਲਦਾ।
ਉਹ ਇੱਕ ਥਾਂ ਹੀ ਕਰਨਾ ਪੈਣਾ। ਅੰਮ੍ਰਿਤ ਝਰਨਾ ਇੱਕ ਥਾਂ ਹੀ ਝਰਨਾ। ਜਿੱਥੇ ਜੁੜਿਓ ਜੁੜ ਜਾਓ, ਲੱਗ ਜਾਓ ਰੱਬ ਵਾਲੇ ਪਾਸੇ। ਨਹੀਂ ਵੀ ਲੱਗਣਾ ਤਾਂ ਵੀ ਕੋਈ ਗੱਲ ਨਹੀਂ, ਨਾਸਤਕ ਹੀ ਰਹੋ, ਕੋਈ ਨਹੀਂ। ਉਹ ਨਾਸਤਕਤਾ ਵੀ ਇੱਕ ਦਿਨ ਦਿਖਾਊਗੀ ਰੰਗ, ਉਹ ਵੀ ਲਿਆਊਗੀ ਮਾਨਵ ਸੇਵਾ 'ਚ। ਉਹਨੇ ਆਪਦੇ ਢੰਗ ਨਾਲ ਸੇਵਾ ਲੈ ਲੈਣੀ ਆ। ਬਣ ਜੋ ਬਣਨਾ, ਇੱਕੋ ਹੀ ਰਹੋ। ਮਹਾਰਾਜ ਕਹਿੰਦੇ ਜਿਉਂ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਹੇ ਨਾਨਕ ਕੇ ਪਾਤਸ਼ਾਹ, ਤੇਰੀ ਰਹਿਮਤ ਤੇਰੀ ਕਿਰਪਾ, ਜਿਵੇਂ ਭਾਉਂਦਾ ਉਵੇਂ ਰੱਖ। ਇਹ ਗੁਰਮੁਖ ਦੀ ਅਵਸਥਾ। ਮਹਾਰਾਜ ਤੇ ਛੱਡ ਦੇਣਾ, ਗੁਰੂ ਤੇ ਛੱਡ ਦੇਣਾ। ਜਿੰਨੇ ਦੁੱਖ ਸੁੱਖ ਆਉਂਦੇ ਆ, ਗੁਰੂ ਨਾਨਕ ਦਾ ਘਰ ਤਾਂ ਇਹ ਕਹਿੰਦਾ ਅਸੀਂ ਤਾਂ ਕੋਈ ਦਾਵਾ ਨਹੀਂ ਕਰਦੇ ਤੇਰਾ ਕੱਟ ਦਿਆਂਗੇ, ਆਹ ਕਰ ਦਿਆਂਗੇ। ਮਹਾਰਾਜ ਕਹਿੰਦੇ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਜੋ ਤੂੰ ਗਲਤੀਆਂ ਕੀਤੀਆਂ ਨਿਯਮਾਂ ਤੋਂ ਉਲਟ ਜਾ ਕੇ, ਉਹਦੇ ਅਧੀਨ ਜਿਹੜੀ ਸਜ਼ਾ ਉਹ ਦੁੱਖਾਂ ਦੇ ਰੂਪ 'ਚ ਆਉਣੀ ਆਉਣੀ ਆ। ਡਿਲੇ ਕਿੰਨਾ ਕੁ ਚਿਰ ਕਰਾਏਗਾ। ਜੋ ਤੂੰ ਚੰਗੇ ਕੰਮ ਕਰੇ ਨੇ ਉਹਨਾਂ ਦਾ ਪ੍ਰੋਫਿਟ ਤੇਰੇ ਕੰਨੀ ਆਉਣਾ ਹੀ ਆਉਣਾ, ਤੂੰ ਰੋਕ ਨਹੀਂ ਸਕਦਾ। ਤੂੰ ਛੱਡ ਭੱਜ ਲੈ, ਤੈਨੂੰ ਫੇਰ ਵੀ ਮਿਲਣੀਆਂ ਉਹ ਚੀਜ਼ਾਂ। ਜਿਨ੍ਹਾਂ ਨੇ ਕਰੇ ਹੁੰਦੇ ਆ ਨਾ ਪੁੰਨ, ਕਿਤੇ ਤਜਰਬਾ ਕਰ ਲਿਓ। ਜਿਹੜੇ ਚੰਗੇ ਸਮਝਦੇ ਹੋ ਆਪਦੇ ਆਪ ਨੂੰ, ਸੜਕ ਤੇ ਤੁਰ ਪਿਓ ਹੀ ਮੇਨ ਰੋਡ ਤੇ, ਤੁਹਾਨੂੰ 10 ਕਰਮਾਂ ਨਹੀਂ ਤੁਰਨ ਦਿੰਦਾ ਕੋਈ। ਕਦੇ ਕੋਈ ਗੱਡੀ ਰੋਕ ਲੂ ਕੋਲੇ ਆ ਕੇ, ਕਦੇ ਕੋਈ ਮੋਟਰਸਾਈਕਲ ਰੋਕ ਲੂ। ਅਖੀਰ ਨੂੰ ਤੁਹਾਨੂੰ ਚੜ੍ਹਾਈ ਲੈਣਗੇ ਵੀ ਕਿਉਂ ਤੁਰਿਆ ਜਾਂਦਾ, ਸੈਰ ਵੀ ਨਹੀਂ ਕਰਨ ਦਿੰਦੇ। ਕਿਉਂ? ਕਿਉਂਕਿ ਤੁਹਾਡੇ ਚੰਗੇ ਇੰਨੇ ਕੀਤੇ ਵੇ, ਤੁਹਾਨੂੰ ਕੋਈ ਜਾਰੀ ਨਹੀਂ ਸਕਦਾ ਤੁਰੇ ਜਾਂਦੇ ਨੂੰ। ਤੁਹਾਡੇ ਦਾ ਪਿਆਰ ਹੀ ਇੰਨਾ ਕਰਦੇ ਆ ਲੋਕ ਉਹ, ਜੇ ਤੁਸੀਂ ਚੰਗੇ ਕੀਤੇ ਹੁੰਦੇ ਆ। ਤੇ ਜਦੋਂ ਕੀਤੇ ਆ ਗਲਤ, ਤੁਸੀਂ ਹੱਥ ਦੇ ਥੱਕ ਜਾਂਦੇ ਹੋ। ਕੋਲ ਦੀ ਨਿਗਾਹ ਦੂਜੇ ਪਾਸੇ ਕਰਕੇ ਲੰਘ ਜਾਂਦਾ। ਜਿਹੜਾ ਜਾਣਦਾ ਹੁੰਦਾ, ਜਿਹੜਾ ਪਹਿਚਾਣਦਾ ਹੁੰਦਾ ਨਾ, ਉਹ ਵੀ ਗੱਡੀ ਨਹੀਂ ਰੋਕਦਾ, ਉਹ ਵੀ ਮੋਟਰਸਾਈਕਲ ਨਹੀਂ ਰੋਕਦਾ। ਉਹ ਦੁੱਖ ਜਰਨੇ ਪੈਂਦੇ ਆ। ਜਦੋਂ ਚੰਗਾ ਟਾਈਮ ਆਇਆ ਹੁੰਦਾ ਉਦੋਂ ਹਰ ਕੋਈ, ਜਾਣੀ ਕਹਿਣ ਦਾ ਭਾਵ ਆ, ਦੱਦਾ ਦੋਸ ਨਾ ਦੇਉ ਕਿਸੇ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜਾ ਵਰਜਣਾ। ਇਹ ਆਪਣੇ ਹੀ ਕੀਤਾ ਕਰਾਇਆ, ਜੋ ਮੁੜ ਮੁੜ ਆਪਣੀ ਝੋਲੀ 'ਚ ਆਉਂਦਾ। ਬੇਸ਼ੱਕ ਇੱਜ਼ਤ ਆਉਂਦੀ ਹੈ, ਬੇਸ਼ੱਕ ਬਦਨਾਮੀ ਆਉਂਦੀ ਹੈ, ਬੇਸ਼ੱਕ ਮੂੰਹ ਕਾਲ ਖਾਉਂਦੀ ਹੈ, ਜੋ ਵੀ ਆ ਰਿਹਾ। ਮਹਾਰਾਜ ਕਹਿੰਦੇ ਤੂੰ ਟੱਚ ਕੀਤਾ ਸੀ ਉਹਨੂੰ ਗੱਲ ਨੂੰ, ਤੂੰ ਉਹੋ ਜਿਹਾ ਕਾਰਜ ਕੀਤਾ ਕੋਈ ਜਿਹਦਾ ਫਲ ਉਹ ਆਇਆ, ਤੇ ਫਿਰ ਹੱਸ ਕੇ ਝੋਲੀ ਪਵਾਉਣਾ ਚਾਹੀਦਾ। ਕਿਉਂਕਿ ਉਹਨੂੰ ਲੰਘੇ ਬਿਨਾ ਅਗਲਾ ਦਰਵਾਜ਼ਾ ਨਹੀਂ ਖੁੱਲ੍ਹਦਾ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਭੋਗ ਲੈਂਦੇ ਹੋ ਸਮਰਪਿਤ ਹੋ ਕੇ, ਉਹਦੀ ਨਾਲ ਦੀ ਨਾਲ ਟੱਚ ਦਿਨੇ ਅਗਲਾ ਦਰਵਾਜ਼ਾ ਖੁੱਲ੍ਹ ਜਾਂਦਾ, ਜਿਹੜਾ ਨਵਾਂ ਰਾਹ ਖੋਲ੍ਹ ਦਿੰਦਾ। ਸਤਿਗੁਰੂ ਰਹਿਮਤ ਕਰਨ, ਗੁਰੂ ਸਾਹਿਬ ਕਿਰਪਾ ਕਰਨ, ਸਾਰਿਆਂ 'ਤੇ ਰਹਿਮਤ ਬਣਾਈ ਰੱਖਣ। ਗੁਰੂ ਰਾਮਦਾਸ ਦੇ ਘਰ ਤੋਂ ਜੋ ਆ ਰਹੀਆਂ ਇਹ ਬਖਸ਼ਿਸ਼ਾਂ ਜੁਗੋ ਜੁਗ ਅਟਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਨੂੰ ਸੁਚੇਤ ਹੋ ਕੇ ਪੜ੍ਹਿਆ ਕਰੋ। ਆਹ ਮੈਨੂੰ ਲੱਗਦਾ ਵੀ ਸਿੱਧੀ ਪੰਜਾਬੀ ਹੈ, ਇਹਦੇ 'ਚ ਕੋਈ ਅਰਥ ਬਦਲ ਹੀ ਨਹੀਂ ਸਕਦਾ ਬੰਦਾ। ਪਰ ਬਦਲਦਾ ਉਦੋਂ ਆ ਜਦੋਂ ਤੁਸੀਂ ਬੇਬੂਝ ਬੈਠੇ ਹੋ, ਮਰਜ਼ੀ ਦੀਆਂ ਗੱਲਾਂ ਕਰੀ ਜਾਂਦਾ। ਹੌਲੀ ਹੌਲੀ ਸਮਾਂ ਆ ਰਿਹਾ ਕਿ ਮੂਹਰੇ ਬੈਠੇ ਲੋਕ ਵੀ ਪੁੱਛ ਸਕਣ ਕਿ ਆਹ ਗੱਲ ਤਾਂ ਇੱਥੇ ਆਈ ਨਹੀਂ, ਤੂੰ ਕੋਲੋਂ ਕਿਉਂ ਕਹੀ? ਇਹਦੇ 'ਚ ਤਾਂ ਗੱਲ ਲਿਖੀ ਨਹੀਂ, ਤੂੰ ਕੋਲੋਂ ਕਿਉਂ ਕਹੀ? ਜਿੱਦੇ ਸੁਚੇਤ ਹੋ ਕੇ ਗੁਰਸਿੱਖ ਗੱਲ ਕਰਨ ਲੱਗੇ ਨਾ, ਉਹਦੇ ਆ ਲੱਲ ਬਲੱਲੀਆਂ ਨਹੀਂ ਚੱਲਣੀਆਂ, ਨਫ਼ਰਤ ਵਾਲੀਆਂ। ਆਉਣਾ ਸਮਾਂ ਹਲੇ ਕੁਛ ਵੀ ਸਮਾਂ ਨਹੀਂ ਹੋਇਆ ਆਪਾਂ ਨੂੰ। ਸਾਰਾ 500-550 ਸਾਲ ਹੋਇਆ, 300 ਸਾਲ ਆ ਸਾਡਾ ਜੰਗਾਂ ਯੁੱਧਾਂ 'ਚ 12 ਮਿਸਲਾਂ ਵੇਲੇ ਕੀ, ਗੁਰੂ ਸਾਹਿਬ ਤੋਂ ਬਾਅਦ ਕੀ, ਫਿਰ ਅੰਗਰੇਜ਼ਾਂ ਨਾਲ ਚੱਕਰਾਂ 'ਚ ਆ, ਹੁਣ ਆਹ ਚੱਕਰ ਚੱਲ ਗਏ ਕਿ ਇਹ ਜਿਹੜੇ ਯੁਰਤ ਵਾਲੇ ਲੋਕ ਆ ਇਹਨਾਂ ਨੂੰ ਦਬਾ ਕੇ ਰੱਖੋ। ਆਹ ਸਿਸਟਮ ਚੱਲੀ ਜਾਂਦੇ ਆ। ਉਹ ਜਿੱਦੇ ਕਿਤੇ ਸਭ ਨੂੰ ਸ਼ਾਂਤੀ ਜੀ ਆ ਜੂ ਨਾ, ਕਿ ਬੜੇ ਪਿਆਰੇ ਲੋਕ ਆ ਜਿਹੜੇ ਗੁਰੂ ਦੀ ਗੱਲ ਸੁਣ ਕੇ ਚੱਲਣ ਵਾਲੇ ਆ, ਜਿਹੜੇ ਸਿਰ ਲਹਾ ਸਕਦੇ, ਦੂਤੋਂ ਦੀ ਕੀ ਹੋ ਸਕਦਾ। ਆਹ ਸਿਰ ਲਹਾਉਣ ਵਾਲੀ ਗੱਲ ਕਰਕੇ ਸਾਰੇ ਡਰਦੇ ਆ। ਆਹੀ ਕਾਰਨ ਹੈ। ਇਹ ਦਵਾ ਵਾਲੀ ਗੱਲ ਹੈ ਜਿਹੜੀ ਹੌਲੀ ਹੌਲੀ ਜਦੋਂ ਅਸੀਂ ਆਪਣੀ ਬਾਣੀ ਨੂੰ ਅੱਗੇ ਲਿਆਵਾਂਗੇ ਨਾ, ਇਹ ਬਾਣੀ ਸਭ ਤਾਈਂ ਪਹੁੰਚੂਗੀ ਵੀ ਯਾਰ ਇੰਨੀਆਂ ਪਿਆਰੀਆਂ ਗੱਲਾਂ। ਸਭ ਨੂੰ ਪਿਆਰ ਕਰਨ ਵਾਲੇ ਲੋਕ ਕਿਉਂ ਇਹਨਾਂ 'ਤੇ ਇਹੋ ਜਿਹਾ ਆਪਾਂ ਕੁੰਡਾ ਲਾਉਣੇ ਆ ਕਿ ਇਹਨਾਂ ਨੂੰ ਦਬਾ ਕੇ ਹੀ ਰੱਖਣਾ? ਕਿਉਂਕਿ ਬਸ ਆਉਣ ਵਾਲੇ ਸਮੇਂ 'ਚ ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ, ਆਪਾਂ ਇਹਨੂੰ ਐਂ ਸਮਝ ਕੇ ਬਾਣੀ ਨੂੰ ਸਿੱਧੀ ਸਪਸ਼ਟ, ਤੇ ਹਰ ਬੰਦਾ ਜਦੋਂ ਵੀ ਟਾਈਮ ਮਿਲਦਾ ਬੇਸ਼ੱਕ 5 ਮਿੰਟ, ਵੈਸੇ ਗੁਰੂ ਸਾਹਿਬ ਦਾ ਹੁਕਮ ਹੈ 1.25 ਘੰਟਾ, ਪਰ ਜਿਹੜੇ ਤੁਸੀਂ ਨਹੀਂ ਇਸ ਪਾਸੇ ਹਲੇ ਚੱਲੇ, 5 ਮਿੰਟ ਆਉਂਦੇ ਜਾਂਦੇ ਸਵਾਸਾਂ ਦੇ ਦਰਸ਼ਨ ਕਰੋ, ਪਵਨ ਗੁਰੂ ਦੇ ਦਰਸ਼ਨ ਕਰੋ। ਪਾਣੀ ਪਿਤਾ ਨੂੰ ਜਦੋਂ ਹੀ ਛਕਣਾ, ਇਸ਼ਨਾਨ ਕਰਨਾ, ਜਲ ਛਕਣਾ, ਉਹਦੀਆਂ ਚੰਗਾ ਮੂਲ ਮੰਤਰ ਕਰਦੇ ਕਰਦੇ ਛਕੋ, ਚੰਗੀਆਂ ਗੱਲਾਂ ਸੋਚਦੇ ਛਕੋ। ਧਰਤੀ ਮਾਤਾ ਨੂੰ ਜਦੋਂ ਹੀ ਟੱਚ ਕਰਨਾ, ਧੰਨ ਗੁਰੂ ਨਾਨਕ, ਧੰਨ ਗੁਰੂ ਗ੍ਰੰਥ ਸਾਹਿਬ, ਜੋ ਵੀ ਤੁਸੀਂ ਕਹਿਣੇ ਹੋ ਆਪਦੇ ਮੂੰਹੋਂ ਉਹ ਜ਼ਰੂਰ ਕਹੋ। ਨੰਗੇ ਪੈਰੀ ਕੁਛ ਚਿਰ ਜ਼ਰੂਰ ਰਹੋ। ਗੁਰੂ ਘਰਾਂ 'ਚ ਇਸੇ ਕਰਕੇ ਕਿਹਾ ਜਾਂਦਾ ਕਿ ਤੁਹਾਡਾ ਧਰਤੀ ਤੱਤ ਪੂਰਾ ਹੋ ਜੇ ਕੁਛ ਟਾਈਮ ਨੰਗੇ ਪੈਰੀ ਤੁਰਨਾ। ਪੈਰ ਧੋਣ ਨੂੰ ਜਿਹੜਾ ਚਵੱਚਾ ਬਣਾਇਆ ਹੁੰਦਾ ਉਹ ਐਵੇਂ ਨਹੀਂ ਬਣਾਇਆ ਹੁੰਦਾ, ਐਵੇਂ ਅੰਗੂਠਾ ਜਿਹਾ ਟੱਚ ਕਰਕੇ ਲੰਘਣ ਦੀ ਲੋੜ ਨਹੀਂ। ਜੇ ਤੁਸੀਂ 5-7 ਸਕਿੰਟ ਵੀ ਪੈਰ ਉਹਦੇ 'ਚ ਧਰ ਲੈਂਦੇ ਹੋ, ਤੁਹਾਡੇ ਖੂਨ ਦਾ ਦੌਰਾ ਸਿਰ ਤੇ ਇੱਕ ਗੇੜੇ ਦੇ ਦਿੰਦਾ 2-3 ਚਿਰ 'ਚ, ਤੁਹਾਡਾ ਮਾਈਂਡ ਰਿਲੈਕਸ ਹੋ ਜਾਂਦਾ, ਜਾ ਕੇ ਬਹਿਣਾ ਸੌਖਾ। ਜਿਹੜੀਆਂ ਚਿੰਤਾਵਾਂ ਪਿੱਛੇ ਤੋਂ ਲੈ ਕੇ ਆਏ ਸੀ ਉਹ ਉੱਥੇ ਹੀ ਖਿੱਚ ਲੈਂਦਾ ਪਾਣੀ ਪਿਤਾ।
ਤੁਹਾਨੂੰ ਥੋੜਾ ਰਿਲੈਕਸ ਕਰਕੇ ਤੋਰਦਾ, ਥੋੜੇ ਜਿਹੇ ਢੰਗ ਨਾਲ ਧੋ ਲਿਆ ਕਰੋ, ਵਧੀਆ ਢੰਗ ਨਾਲ, ਕੋਈ ਚੱਕਰ ਨਹੀਂ। ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਪਿੱਛੇ ਬਹੁਤ ਵੱਡੇ ਰਾਜ ਛੁਪੇ ਹੋਏ ਆ, ਬਹੁਤ ਵੱਡੇ। ਇਹ ਆਉਣ ਵਾਲੇ ਦਿਨਾਂ 'ਚ ਆਪਾਂ ਜਿਵੇਂ ਜਿਵੇਂ ਕਥਾ ਵਾਰਤਾ ਕਰਾਂਗੇ ਵਿੱਚ ਹੀ ਇਹਨਾਂ ਦੀ ਸਾਂਝ ਪਾਇਆ ਕਰਾਂਗੇ। ਸਤਿਗੁਰੂ ਰਹਿਮਤ ਕਰਨ, ਮਿਹਰ ਕਰਨ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ